अवर काज तेरे किते न काम, मिल साध संगत भज केवल नाम। आओ अज आपां कलगीधर पातशाह धन श्री गुरु गोबिंद सिंह साहिब जी महाराज उन्हां दे इतिहास नाल जुड़ीए, क्योंकि बड़े वैरागमई दिन चल रहे हैं। जदों एक ही हफ्ते दे अंदर कलगीधर पातशाह दा बहुत सारा जाना तो प्यारे सिंघां ने अपने प्राणां दीआं हुतियां दित्तियां, शहादत दित्ते। उत्थे नाल दी नाल सारा परिवार भी खेरों खेरों होया। ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਉਹ ਚਮਕੌਰ ਦੇ ਜੰਗ ਦੇ ਅੰਦਰ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਉਸ ਮਾਲਕ ਨਿਰੰਕਾਰ ਦੇ ਅੰਦਰ ਸਮਾਏ। ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਉਹ ਆਪਾਂ ਪਰਸੋਂ ਕਰੀ ਸੀ ਵਿਚਾਰ ਕਿ ਸਰਸਾ ਦੀ ਨਦੀ ਤੇ ਵਿਛੋੜਾ ਪਿਆ, 3 ਹਿੱਸਿਆਂ ਦੇ ਅੰਦਰ ਪਰਿਵਾਰ ਵੰਡਿਆ ਗਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਇਹਨਾਂ ਨੂੰ ਗੰਗੂ ਆਪਣੇ ਪਿੰਡ ਵੱਲ ਨੂੰ ਲੈ ਤੁਰਿਆ, ਖੇੜੀ ਵੱਲ ਨੂੰ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬਦੇਵਾ ਕੌਰ ਜੀ, ਇਹਨਾਂ ਦੀ ਡਿਊਟੀ ਭਾਈ ਮਨੀ ਸਿੰਘ ਦੀ ਲਾਈ ਗਈ। ਉਹ ਇਹਨਾਂ ਨੂੰ ਦਿੱਲੀ ਵਾਲੇ ਪਾਸੇ ਨੂੰ ਲੈ ਕੇ ਤੁਰੇ ਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਸਾ ਦੇ ਘਾਟ ਤੇ ਬੜਾ ਭਿਆਨਕ ਜੰਗ ਹੋਇਆ। ਸਰਸਾ ਦੇ ਅੰਦਰ ਬਹੁਤ ਪਾਣੀ ਚੜਿਆ ਹੋਇਆ ਸੀ। ਸਰਸਾ ਨੂੰ ਪਾਰ ਕੀਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਬਹੁਤ ਸਾਰੇ ਗੁਰਮੁਖ ਉੱਥੇ ਸਰਸੇ ਦੀ ਘਾਟ ਦੇ ਉੱਪਰ ਜੰਗ ਦੇ ਅੰਦਰ ਸ਼ਹੀਦ ਹੋਏ। ਕੁਝ ਸਰਸੇ ਦੇ ਵਹਾਅ ਅੰਦਰ ਰੁੜੇ। ਤਕਰੀਬਨ 40 ਸਿੰਘ ਤੇ ਸਾਹਿਬਜ਼ਾਦੇ ਵੱਡੇ ਦੋਨੋਂ ਤੇ ਪਾਤਸ਼ਾਹ ਸਰਸਾ ਪਾਰ ਹੋ ਕੇ ਚਮਕੌਰ ਵਾਲੇ ਪਾਸੇ ਨੂੰ ਚੱਲੇ। ਜਿਉਂ ਹੀ ਸਰਸਾ ਪਾਰ ਹੋਏ, ਇੱਕ ਉੱਥੇ ਪਿੰਡ ਆ ਗੋਪਾਲਪੁਰ ਰੰਘੜਾਂ ਜੀ ਦਾ ਨਾਂ ਆ। ਉੱਥੇ ਦੇ ਲੋਕ ਬੜੇ ਤੜਾਕੇ ਸਨ। ਜਦੋਂ ਉਹਨਾਂ ਨੇ ਵੇਖਿਆ ਕਿ 10ਵੇਂ ਗੁਰੂ ਦੇ ਉੱਪਰ ਬਹੁਤ ਭਾਰੀ ਹਮਲਾ ਹੋਇਆ, ਇਹ ਬਚ ਕੇ ਸਰਸੇ ਦੀ ਘਾਟ ਤੋਂ ਅੱਗੇ ਲੰਘ ਰਹੇ ਆ, ਕਿਉਂ ਨਾ ਇਹ ਥੱਕੇ ਨੇ, ਟੁੱਟੇ ਨੇ, ਅਸੀਂ ਇਹਨਾਂ ਦੇ ਨਾਲ ਲੜਾਈ ਕਰਕੇ ਇਹਨਾਂ ਨੂੰ ਖਤਮ ਕਰਕੇ ਸਰਕਾਰਾਂ ਤੋਂ ਬਹੁਤ ਵੱਡਾ ਇਨਾਮ ਪ੍ਰਾਪਤ ਕਰੀਏ। ਉਹਨਾਂ ਨੇ ਭਾਰੀ ਹਮਲਾ ਕੀਤਾ, ਜਿਹੜੇ ਹਮਲੇ ਦੇ ਅੰਦਰ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹੋਏ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਕੇ ਪਾਤਸ਼ਾਹ ਰੋਪੜ ਦੇ ਨੇੜੇ ਆਏ, ਜਿੱਥੇ ਆਪਾਂ ਹੁਣ ਭੱਠਾ ਸਾਹਿਬ ਗੁਰਦੁਆਰਾ ਦਰਸ਼ਨ ਕਰਦੇ ਹਾਂ। ਉੱਥੇ ਨਿਹੰਗ ਖਾਂ ਕੋਟਲਾ, ਜਿਹੜਾ ਪਾਤਸ਼ਾਹ ਦਾ ਸੇਵਾਦਾਰ ਸੀ ਤੇ ਘੋੜਿਆਂ ਦਾ ਵਪਾਰ ਵੀ ਕਰਦਾ ਹੁੰਦਾ, ਉਹਦੇ ਘਰੇ ਸਤਿਗੁਰੂ ਪਾਤਸ਼ਾਹ ਆਏ। ਬੂਹਾ ਖੜਕਾਇਆ, ਉਹਨੇ ਸਤਿਕਾਰ ਕੀਤਾ ਤੇ ਸੇਵਾ ਦੀ ਮੰਗ ਕੀਤੀ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਨਿਹੰਗ ਖਾਂ ਜੀ, ਸੇਵਾ ਤਾਂ ਬਸ ਇੱਕੋ ਹੀ ਆ ਕਿ ਆਹ ਸਾਡਾ ਸਿੰਘ ਆ ਭਾਈ ਬਚਿੱਤਰ ਸਿੰਘ, ਜਿਨ੍ਹਾਂ ਬਾਰੇ ਤੁਸੀਂ ਸੁਣਿਆ ਕਿ ਇਹਨਾਂ ਨੇ ਹਾਥੀ ਮੋੜਤਾ ਸੀ ਪਛਾਂ ਜਦੋਂ ਕੇਸਰੀ ਚੰਦ ਨੇ ਹਮਲਾ ਕੀਤਾ ਸੀ। ਇਹ ਜ਼ਖਮੀ ਹੋ ਗਿਆ, ਇਹਨੂੰ ਤੇਰੇ ਕੋਲੇ ਛੱਡ ਕੇ ਚੱਲੇ ਆ, ਇਹਦੀ ਸੇਵਾ ਸੰਭਾਲ ਕਰ। ਉਹਨੇ ਬਿਨਾਂ ਕਿਸੇ ਆਨਾਕਾਨੀ ਤੋਂ ਤੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰੇ ਰੱਖਿਆ ਤੇ ਉੱਥੇ ਦਰੋਗਾ ਜ਼ਾਫਰ ਅਲੀ ਲੱਭਦਾ ਲੱਭਦਾ ਉਸ ਘਰੇ ਆਇਆ ਨਿਹੰਗ ਖਾਂ ਕੋਟਲੇ ਦੇ, ਤੇ ਉਹਦੇ 2 ਸੀ ਬੱਚੇ, ਪੁੱਤਰ ਸੀ, ਇੱਕ ਸੀ ਬੇਟੀ। ਪੁੱਤਰ ਦਾ ਨਾਂ ਆਲਮ ਸਿੰਘ ਦੱਸਿਆ ਤੇ ਉਹਦੀ ਪੁੱਤਰੀ ਦਾ ਨਾਂ ਦੱਸਿਆ ਮੁਮਤਾਜ। ਜਦੋਂ ਘਰ ਦੀ ਤਲਾਸ਼ੀ ਲੈਣ ਲੱਗੇ, ਇੱਕ ਕਮਰੇ ਦੇ ਅੰਦਰ ਜਿੱਥੇ ਭਾਈ ਬਚਿੱਤਰ ਸਿੰਘ ਜੀ ਪਏ ਸੀ, ਉੱਥੇ ਆਪਣੀ ਲੜਕੀ ਨੂੰ ਭੇਜਤਾ ਤੇ ਤਲਾਸ਼ੀ ਨਾ ਦਿੱਤੀ। ਕਹਿਤਾ ਕਿ ਮੇਰਾ ਧੀ ਔਰ ਜਵਾਈ ਪਏ ਨੇ ਇੱਥੇ।
ਵਾਪਸ ਮੁੜੇ ਤੇ ਭਾਈ ਬਚਿੱਤਰ ਸਿੰਘ ਜੀ ਆਪਣੇ ਪ੍ਰਾਣ ਤਿਆਗ ਗਏ। ਮਨ ਦੇ ਅੰਦਰ ਵਿਚਾਰ ਬਣਿਆ ਕਿ ਜਿਹੜਾ ਇਹਨਾਂ ਦਾ ਧਰਮ ਹੈ ਇੱਥੇ ਸੰਸਕਾਰ ਕੀਤਾ ਜਾਂਦਾ। ਮੁਸਲਮਾਨ ਭਾਈਚਾਰਾ ਮਿੱਟੀ 'ਚ ਦੱਬ ਦਿੰਦੇ ਆ। ਕਿਸੇ ਨਾ ਕਿਸੇ ਵਿਧੀ ਦੁਆਰਾ ਲੱਕੜਾਂ ਆਦਿ ਇਕੱਠੀਆਂ ਕਰਕੇ ਸੰਸਕਾਰ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਲਾਂਬੂ ਲਾਉਣ ਲੱਗੇ ਮਨ ਦੇ ਅੰਦਰ ਵਿਚਾਰ ਬਣੀ ਕਿ ਐਡੇ ਕਲਗੀ ਧਰਦੇ ਪਿਆਰੇ ਸਿੱਖ, ਜੇ ਅੱਜ ਇਹਨਾਂ ਦਾ ਕੋਈ ਨਜ਼ਦੀਕੀ ਹੁੰਦਾ ਤਾਂ ਉਹ ਲਾਂਬੂ ਲਾਉਂਦਾ। ਇਹ ਵਿਚਾਰ ਨੂੰ ਸੁਣ ਕੇ ਉਹਦੀ ਪੁੱਤਰੀ ਮੁਮਤਾਜ਼ ਨੇ ਬੇਨਤੀ ਕੀਤੀ ਨਿਹੰਗ ਖਾਂ ਕੋਟਲੇ ਨੂੰ ਕਿ ਪਿਤਾ ਜੀ, ਮੈਂ ਇਹਦੀ ਨਜ਼ਦੀਕੀ ਰਿਸ਼ਤੇਦਾਰ ਹਾਂ, ਮੈਂ ਲਾਉਂਗੀ ਲਾਂਬੂ। ਉਹ ਕਹਿੰਦਾ, ਪੁੱਤਰੀ ਤੇਰਾ ਕੀ ਰਿਸ਼ਤਾ? ਉਹ ਕਹਿੰਦੀ, ਆਪੇ ਤਾਂ ਤੂੰ ਰਿਸ਼ਤਾ ਬਣਾਇਆ ਜਦੋਂ ਜ਼ਾਫਰ ਅਲੀ ਦਰੋਗਾ ਆਇਆ ਸੀ ਤਲਾਸ਼ੀ ਲੈਣ ਵਾਸਤੇ, ਤੂੰ ਕਿਹਾ ਕਿ ਮੇਰਾ ਧੀ ਔਰ ਜਵਾਈ ਪਏ ਤੇ ਉਸ ਲੜਕੀ ਨੇ ਭਾਈ ਬਚਿੱਤਰ ਸਿੰਘ ਦੀ ਚਿਖਾ ਨੂੰ ਲਾਂਬੂ ਦਿੱਤਾ ਤੇ ਸਾਰੀ ਜ਼ਿੰਦਗੀ ਬਾਅਦ ਵਿਆਹ ਨਹੀਂ ਕਰਵਾਇਆ। ਕਿਉਂਕਿ ਨਿਹੰਗ ਖਾਂ ਜਿਹੜਾ ਕੋਟਲਾ ਸੀ, ਇਹਦਾ ਲੜਕਾ ਜਿਹੜਾ ਆ ਰਾਏ ਕੱਲਾ ਰੈਕੋਟ ਵਾਲਾ ਹੋਇਆ, ਇਹਦੀ ਲੜਕੀ ਨਾਲ ਵਿਆਹਿਆ ਹੋਇਆ ਸੀ। ਇਸ ਕਰਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਿਆਰ ਸੀ ਉਹਨਾਂ ਦਾ ਤੇ 4 ਵਾਰੀ ਨਿਹੰਗ ਖਾਂ ਕੋਟਲੇ ਦੇ ਘਰੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਵਾਰੀ ਤਾਂ ਜਦੋਂ ਭੱਠਾ ਠੰਡਾ ਕੀਤਾ, ਇੱਕ ਵਾਰ ਜਦੋਂ ਇਹ ਰਾਏ ਕੱਲਾ ਉਹਦੇ ਪੁੱਤਰ ਆਲਮ ਸਿੰਘ ਨੂੰ ਸ਼ਗਨ ਦੇਣ ਗਿਆ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ। ਤੀਸਰੀ ਵਾਰ ਕੁਰਕਸ਼ੇਤਰ ਮੇਲੇ ਤੋਂ ਜਦੋਂ ਵਾਪਸ ਆ ਰਹੇ ਸੀ, ਨਿਹੰਗ ਖਾਂ ਕੋਟਲੇ ਦਾ ਪਰਿਵਾਰ ਪ੍ਰਸ਼ਾਦਾ ਤਿਆਰ ਕਰਕੇ ਬੈਠਾ। ਮਨ ਦੇ ਅੰਦਰ ਵਿਚਾਰ ਬਣੀ ਕਿ ਜੇ ਪਾਤਸ਼ਾਹ ਆ ਕੇ ਭੋਗ ਲਾਉਣ ਤਾਂ ਬਹੁਤ ਖੁਸ਼ੀਆਂ, ਤੇ ਇੰਨੀ ਹਲੇ ਮਨ 'ਚ ਸੀ ਗੱਲ, ਪਾਤਸ਼ਾਹ ਨੇ ਆ ਕੇ ਬੂਹਾ ਖੜਕਾ ਦਿੱਤਾ। ਤੇ ਚੌਥੀ ਵਾਰ ਜਦੋਂ ਬਚਿੱਤਰ ਸਿੰਘ ਨੂੰ ਇਹਨਾਂ ਦੇ ਘਰੇ ਮਹਾਰਾਜ ਛੱਡ ਕੇ ਆਏ, ਉੱਥੋਂ ਅੱਗੇ ਚੱਲੇ, ਪਤਾ ਲੱਗ ਗਿਆ, ਸੂਈਏ ਨੇ ਰਿਪੋਰਟ ਦਿੱਤੀ ਕਿ ਪਾਤਸ਼ਾਹ ਤੁਹਾਡੇ ਮਗਰ ਜਿੱਥੇ ਲਾਹੌਰ ਦਾ ਜ਼ਬਰਦਸਤ ਖਾਂ ਸੂਬਾ, ਸਰਹੰਦ ਦਾ ਵਜੀਦ ਖਾਂ ਸੂਬਾ, ਖਵਾਜਾ ਮਰਦੂਦ ਵਰਗੇ ਪਿੱਛਾ ਕਰ ਰਹੇ ਆ, ਉੱਥੇ ਜਿਹੜੀ ਦਿੱਲੀ ਤੋਂ 10 ਲੱਖ ਫੌਜ ਚੱਲੀ ਹੋਈ ਆ, ਉਹ ਵੀ ਤੁਹਾਡੇ ਨੇੜੇ ਪਹੁੰਚ ਚੁੱਕੀ ਹੈ। ਸਤਿਗੁਰੂ ਪਾਤਸ਼ਾਹ ਨੇ ਇਹ ਵਿਚਾਰ ਸੁਣ ਕੇ ਉਹ ਸੂਈਏ ਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਤੇ ਚਮਕੌਰ ਦੀ ਜਿਹੜੀ ਹਵੇਲੀ ਸੀ ਉਹਦੇ ਅੰਦਰ ਜਾ ਕੇ ਆਪਣਾ ਆਸਣ ਕਰਿਆ। ਇਹ 8 ਪੋਹ ਦੀ ਆ ਜਿਹੜੀ ਰਾਤ ਲੰਘ ਕੇ ਗਈ ਆ, ਇਸ ਰਾਤ ਬਹੁਤ ਘਮਸਾਣ ਦਾ ਜੰਗ ਮਚਿਆ ਚਮਕੌਰ ਸਾਹਿਬ ਦੇ ਅੰਦਰ। ਪਾਤਸ਼ਾਹ ਦੇ ਨੇੜੇ ਹੋਣਾ ਚਾਹਿਆ, ਉਹਨਾਂ ਨੇ ਵੀ ਪਤਾ ਕਰ ਲਿਆ ਸੀ, ਜਿਹੜੇ ਜੱਟ ਨੇ ਹਵੇਲੀ ਨਹੀਂ ਸੀ ਦਿੰਦਾ, ਇੱਕ ਭਰਾ ਤਾਂ ਤਿਆਰ ਸੀ, ਦੂਸਰਾ ਨਹੀਂ ਸੀ ਤਿਆਰ। ਉਹਨੂੰ ਪੁੱਛਿਆ ਕਿ ਇਹਦੇ ਕੋਲੇ ਗੁਰੂ ਗੋਬਿੰਦ ਸਿੰਘ ਕੋਲੇ ਕਿੰਨੀ ਕੁ ਫੌਜ ਆ? ਉਹਨਾਂ ਨੇ ਦੱਸਤਾ, ਕਹਿੰਦੇ ਜੀ ਬਸ ਆਹ 40-45 ਸਿੰਘ ਨੇ, 50 ਦੇ ਕਰੀਬ। ਉਹਨਾਂ ਚੋਂ ਵੀ ਬਾਕੀ ਬਹੁਤ ਸਾਰੇ ਜ਼ਖਮੀ ਨੇ, ਖੂਨ ਝੋ ਰਿਹਾ ਉਹਨਾਂ ਦਾ, ਥੱਕੇ ਟੁੱਟੇ ਨੇ, ਜਿਉਂ ਸਰਸਾ ਤੋਂ ਆਪਣੇ ਆਨੰਦਪੁਰ ਤੋਂ ਚੱਲੇ ਨੇ। ਸਰਸਾ ਤੇ ਬੜਾ ਭਿਆਨਕ ਜੰਗ ਹੋਇਆ, ਠੰਡ ਵੀ ਬਹੁਤ ਆ, ਮੌਸਮ ਦੀ ਵੀ ਖਰਾਬੀ ਆ। ਤੁਹਾਡੇ ਕੋਲੇ ਤਾਂ ਇੰਨੀ ਫੌਜ ਆ, ਜੇ ਤੁਸੀਂ ਇੱਕ ਮੁੱਠੀ ਵੀ ਇਹ ਚਮਕੌਰ ਦੀ ਗੜੀ 'ਚ ਸੁੱਟੋ ਤਾਂ ਸਾਰਿਆਂ ਨੂੰ ਖਤਮ ਕਰ ਦਿਆਂਗੇ। ਬੜੇ ਹੰਕਾਰੇ ਉਹ, ਤੇ ਉਹਨਾਂ ਨੇ ਯਤਨ ਕੀਤਾ ਆਪਣੇ ਚਮਕੌਰ ਦੀ ਗੜੀ ਜਿਹਨੂੰ ਬਣਾਇਆ ਹਵੇਲੀ ਨੂੰ ਪਾਤਸ਼ਾਹ ਨੇ, ਤੇ ਇਹ ਤੇ ਭਾਰੂ ਹਮਲਾ ਕਰਨ ਦਾ। ਸਿੰਘਾਂ ਨੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਹੁਕਮ ਦਿਓ ਤੇ ਅਸੀਂ ਵੈਰੀ ਦਾ ਨਾਸ਼ ਕਰੀਏ। ਪਾਤਸ਼ਾਹ ਨੇ ਉੱਥੇ ਬੜਾ ਸਮਝਾਇਆ, ਕਹਿੰਦੇ ਹਮਲਾ ਤਾਂ ਹੋਊਗਾ, ਆਪਾਂ ਨੂੰ ਮੁਕਾਬਲਾ ਵੀ ਕਰਨਾ ਪੈਣਾ, ਅਕਾਲ ਪੁਰਖ ਦੀ ਸ਼ਕਤੀ ਆਪਣੇ ਨਾਲ, ਪਰ ਇੱਕ ਗੱਲ ਦਾ ਹੁਣ ਖਿਆਲ ਰੱਖਿਓ, ਜਿਹੜੀਆਂ ਤੁਸੀਂ ਇਹਨਾਂ ਦੀਆਂ ਝੂਠੀਆਂ ਸੰਗੰਧਾਂ 'ਚ ਆ ਕੇ ਧੋਖਾ ਖਾਧਾ, ਉਹਦਾ ਆਪਾਂ ਹੁਣ ਸਾਰਿਆਂ ਜਾਣਿਆਂ ਨੂੰ ਕਰਨਾ ਪੈਣਾ ਮੁਕਾਬਲਾ।
सिर तली ते धर के। रोके गए वार ते बहुत सारे हमले करन तो बाद, क्योंकि गिणती का बहुत फर्क, एक पासे 10 लाख की फौज तां दिल्ली तो दसी है। अज कई लोग ये गल दा तर्क भी करते हैं कि की ये 10 लाख फौज चमकौर साहब ही बिठी सी? ऐसा नहीं सी। पातशाह नूं दूर तक घेराबंदी करके बैठे, जे इत्थों निकलदे आ तां अगे घेरा, उत्थों निकलदे आ तां अगे घेरा। ते उदों फौजां नूं खंजूरां दित्तियां जांदियां हुंदियां सी खाण नूं। इसे करके अज आपां देखदे हां उस इलाके च खंजूरां दे काफी दरख्त ने, ਉਹ खा खा के बीज सुट्टे गए ते हरियां होईयां। भयानक जंग युद्ध हुंदे रहे ते अखीर जिन्हां दी गेट ते ड्यूटी सी, जिथों गढ़ी नूं वड़दा सी दरवाजा, ਉਹ भी जख्मी होए। फिर पातशाह ने विਉਂਤਬੰਦੀ बनाई, 5 ਸਿੰਘਾਂ ਦਾ जत्था बना के ते गढ़ी दे विचों बाहर आउणा शुरू होया। 2-3 जत्थे जदों बाहर आके शहीदियां प्राप्त कर गए तां साहिबजादा अजीत सिंह ने पातशाह दे चरनां च बेनती कीती, आग्या मंगी कि मैं भी जाना जंग युद्ध नूं। ते गुरु गोबिंद सिंह महाराज ने छाती नाल ला के प्यार दे के हथी शंगार के साहिबजादा अजीत सिंह नूं मैदाने जंग दे वल 5 ਸਿੰਘਾਂ ਦੇ ਜੱਥੇ ਨਾਲ ਤੋਰਿਆ। अनेकां दुश्मनां नूं मौत दे घाट उतारदे होए साहिबजादा अजीत सिंह दी शहादत ते जाम पीवे। हुण तां समां बड़ा खोज भरपूर हो रहा। एक इन्हां ने किताब छापी है, ਉਹ 'ਚ इत्थों तक दस्सिया कि 392 तीर वजे सी साहिबजादा अजीत सिंह दे। उन्हां दी शहीदी तो बाद साहिबजादा जुझार सिंह जी ਉਹਨੇ सतगुर के चरणों च बेनती की कि पातशाह, मैं भी अपने वीरे दे वांग मैदाने जंग च जाके दुश्मन नाल 2 हथ करने चाहुंदा। पातशाह ने शाबाश दिती ते ਉਹਦੇ नाल भी 5 ਸਿੰਘਾਂ ਦਾ जत्था ਤੋਰਿਆ। जदों तुरन लगे, इत्थे एक बड़ी गहराई आ इतिहास दे अंदर, ਜਿਹੜੀਆਂ ਗੱਲਾਂ ਤੋਂ ਅੱਜ ਅਸੀਂ ਦੂਰ ਹੁੰਦੇ ਜਾ ਰਹੇ ਹਾਂ। परमात्मा की जिहड़ी अनोखी रूहानीयत की शक्ति आ उत्थे दिखाई गई है। जदों 4 साहिबजादे आपां फिल्म किते वेखिओ ध्यान दे नाल, साहिबजादा जुझार सिंह जदों लग्या ना मैदाने जंग नूं तुरन, ਉਹਨੂੰ बचपन की एक याद आई चेते। एक दिन ਉਹ ਗੱਤਕਾ ਖੇਡਦੇ जदों घरे वापस आए ਤਾਂ माता जी ने गल नाल ला के प्यार दिता, बेनती की, असीस दिती कि जुझार सिंह, अज मैं तेरा देखिया मैदाने जंग दे अंदर गतका दा जौहर। जदों किते जंगां युद्धां दा समां आवेगा, तेरे ते बहुत माण आ, तू चंगे दुश्मन नूं हथ दिखाएगा। ते उहने बेनती करती सी कि माता जी हथ तां मैं दिखाऊंगा, पर तुहाडा आशीर्वाद होना चाहिए। ते जदों फिर तुरन लगे ये गल याद आई ते माता गुजर कौर जी ने ਉਹ ਸਰਹੰਦ ਦੇ ਅੰਦਰ ਸੀ ਉਦੋਂ, ਤੇ ਉਹਨਾਂ ਨੇ ਆਪਣਾ ਸੂਖਮ ਸਰੀਰ ਕੱਢ ਕੇ ਤੇ ਉਹਨੂੰ ਆਸ਼ੀਰਵਾਦ ਦਿੱਤਾ। ਤੇ ਐਸਾ ਭਿਆਨਕ ਜੰਗ ਬਾਬਾ ਜੁਝਾਰ ਸਿੰਘ ਨੇ ਕੀਤਾ, ਪਤਾ ਹੀ ਨਾ ਲੱਗੇ ਕਿ ਉਹਨਾਂ ਦਾ ਸ਼ਾਸਤਰ ਕੀ ਚੱਲਦਾ। ਇੱਕ ਇਤਿਹਾਸਕਾਰ ਨੇ ਤਾਂ ਇੱਥੋਂ ਤੱਕ ਵੀ ਲਿਖਤਾ, ਕਿਉਂਕਿ ਆਪੋ ਆਪਣੀ ਇਤਿਹਾਸਕਾਰਾਂ ਦੀ ਹੁੰਦੀ ਆ ਡੂੰਘਾਈ ਗਹਿਰਾਈ। ਕਹਿੰਦੇ ਉਹਨਾਂ ਨੇ ਇੰਨੇ ਭਿਆਨਕ ਜੰਗ ਕੀਤਾ, ਉਹਨਾਂ ਨਾਲ ਸਰੀਰ ਹੀ ਨਹੀਂ ਮਿਲਿਆ, ਆਪਣੇ ਸਰੀਰ ਨੂੰ ਵੀ ਤੱਤਾਂ ਦੇ ਅੰਦਰ ਅਲੋਪ ਕਰਤਾ। ਇਹ ਆਮ ਜੀਵ ਦੇ ਸਮਝ 'ਚ ਨਹੀਂ ਆਉਂਦੀ। ਕਹਿਣ ਤੋਂ ਭਾਵ ਬਹੁਤ ਸਾਰਾ ਦੁਸ਼ਮਣਾਂ ਨੂੰ ਮੌਤ ਦੀ ਘਾਟ ਉਤਾਰ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਸ਼ਹੀਦੀ ਉੱਥੇ ਜਾਮ ਕੀਤੇ। ਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਦੇ ਅੰਦਰ ਬੈਠੇ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਰਹੇ ਸੀ। ਇਦੋਂ ਬਾਅਦ ਜੱਥੇ ਗਏ ਤੇ 5 ਰਹਿ ਗਏ ਸਿੰਘ ਬਾਕੀ, ਭਾਈ ਦਿਆਲ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਤ ਸਿੰਘ ਤੇ ਸੰਗਤ ਸਿੰਘ।
ਇਹਨਾਂ ਨੇ ਫਿਰ ਸਮੇਂ ਦੀ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਐ ਪਾਤਸ਼ਾਹ, ਦੁਸ਼ਮਣ ਦਾ ਬੜਾ ਭਾਰੂ ਹਮਲਾ ਹੈ, ਗਿਣਤੀ ਬਹੁਤ ਜ਼ਿਆਦਾ ਹੈ, ਕਿਰਪਾ ਕਰੋ ਤੁਸੀਂ ਇਸ ਗੜੀ ਦੇ ਅੰਦਰੋਂ ਬਾਹਰ ਜਾਓ। ਤੁਸੀਂ ਤਾਂ ਅਨੇਕਾਂ ਹੋਰ ਸਾਡੇ ਵਰਗੇ ਸਿੱਖ ਤਿਆਰ ਕਰ ਲਓਗੇ, ਜੇ ਤੁਹਾਡੇ ਸਰੀਰ ਨੂੰ ਕੁਝ ਹੋ ਗਿਆ ਤਾਂ ਬਹੁਤ ਔਖ ਆਵੇਗੀ। ਨਾ ਚਾਹੁੰਦੇ ਹੋਏ ਵੀ ਪਾਤਸ਼ਾਹ ਨੂੰ ਫਿਰ ਜਦੋਂ ਉਹਨਾਂ ਨੇ 5 ਪਿਆਰਿਆਂ ਦੇ ਰੂਪ 'ਚ ਹੁਕਮ ਕੀਤਾ ਤਾਂ ਆਪਣੀ ਕਲਗੀ ਭਾਈ ਸੰਤ ਸਿੰਘ ਦੇ ਸਿਰ ਤੇ ਲਾ ਕੇ, ਇੱਥੇ 2 ਪੱਖ ਨੇ ਇਤਿਹਾਸ ਦੇ, ਕੋਈ ਸੰਤ ਸਿੰਘ ਦੇ ਸਿਰ ਤੇ ਕਹਿੰਦਾ, ਕੋਈ ਸੰਗਤ ਸਿੰਘ ਦੇ ਸਿਰ ਤੇ ਕਹਿੰਦਾ। ਚਲੋ ਵਾਹਿਗੁਰੂ ਜਾਣੇ, ਮਹਾਰਾਜ ਨੇ ਵਿਧੀ ਬਣਾਤੀ, ਆਪਣਾ ਕਲਗੀ ਤੋੜਾ ਇੱਕ ਸਿੰਘ ਦੇ ਸੀਸ ਤੇ ਲਾ ਕੇ ਤੇ ਇਹ ਸ਼ਰਤ ਰੱਖੀ ਕਿ ਅਸੀਂ ਚੁੱਪ ਕਰਕੇ ਨਹੀਂ ਜਾਵਾਂਗੇ, ਅਸੀਂ ਤਾੜੀ ਮਾਰ ਕੇ ਜਾਵਾਂਗੇ। ਤੇ ਪਿਛਲੀ ਵਾਰੀ ਥਾਈ ਭਾਈ ਦਿਆਲ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਪਿਆਰਿਆਂ ਨੂੰ ਲੈ ਕੇ ਪਾਤਸ਼ਾਹ ਥੋੜੀ ਜੀ ਦੂਰ ਜਾ ਕੇ ਤਾੜੀ ਮਾਰੀ ਗਈ, ਇਹ ਆਵਾਜ਼ ਦਿੱਤੀ ਗਈ ਕਿ ਸਿੱਖਾਂ ਦਾ ਗੁਰੂ ਚੱਲਿਆ, ਜੇ ਕਿਸੇ ਨੇ ਮੁਕਾਬਲਾ ਕਰਨਾ ਤਾਂ ਕਰੋ। ਉੱਥੇ ਜਦੋਂ ਇਹ ਆਵਾਜ਼ ਆਈ, ਰਾਤਰੀ ਦਾ ਹਨੇਰਾ ਸੀ ਤੇ ਸੈਨਾ ਉੱਠੀ, ਮਸਾਲਾ ਉਹਨਾਂ ਦੀਆਂ ਤੀਰਾਂ ਨਾਲ ਪਾਤਸ਼ਾਹ ਨੇ ਬੁਝਾਤੀਆਂ, ਹਨੇਰਾ ਹੋਇਆ ਤੇ ਆਪਸ ਦੇ ਅੰਦਰ ਹੀ ਬਹੁਤ ਸਾਰੀ ਕਤਾ ਵੱਢੀ ਕਰ ਲਈ ਉਹ ਸੈਨਾ ਨੇ, ਕਿਉਂਕਿ ਰਾਤਰੀ ਦਾ ਹਨੇਰਾ ਸੀ, ਉੱਥੇ ਕਿਹੜਾ ਕੁਝ ਦਿਖਾਈ ਦਿੰਦਾ ਸੀ, ਤੇ ਪਤਾ ਹੀ ਨਾ ਲੱਗੇ ਕਿ ਇਹ ਸਿੰਘ ਗੜੀ ਦੇ ਅੰਦਰੋਂ ਆ ਕੇ ਸਾਡਾ ਮੁਕਾਬਲਾ ਕਰ ਰਹੇ ਆ ਕਿ ਇਹਨਾਂ ਦੇ ਸੰਗੀ ਸਾਥੀ ਬਾਹਰੋਂ ਆ ਗਏ। ਉੱਥੇ ਪਾਤਸ਼ਾਹ ਨੇ ਬੜਾ ਇਹ ਤਾੜੀ ਮਾਰ ਕੇ ਸੁਚੇਤ ਕਰਕੇ, ਚੋਰੀ ਨਹੀਂ, ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੁਨੇਹਾ ਦੇ ਕੇ ਪਾਤਸ਼ਾਹ ਗੜੀ ਤੋਂ ਬਾਹਰ ਆਏ। ਉੱਥੇ ਦਾ ਜਿਹੜਾ ਦ੍ਰਿਸ਼ ਹੈ ਉਹ ਬੜਾ ਭਿਆਨਕ ਦੱਸਿਆ, ਕਿਉਂਕਿ ਆਪਾਂ ਜਾਣਦੇ ਹਾਂ ਜੰਗਾਂ ਯੁੱਧਾਂ ਦੇ ਅੰਦਰ ਕਿੰਨੀਆਂ ਪੰਜਾਂ ਦੇ ਜੱਥਿਆਂ ਨੇ ਉਹਨਾਂ ਦਾ ਦੁਸ਼ਮਣਾਂ ਦਾ ਨਾਸ਼ ਕੀਤਾ। 1.25 ਲੱਖ ਸੇ ਏਕ ਲੜਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਉਂ, ਚਿੜੀਆਂ ਸੇ ਮੈਂ ਬਾਜ ਤੜਾਉਂ, ਉਹ ਸੱਚ ਕਰਕੇ ਦਿਖਾਤਾ। ਤੇ ਹੁਣ ਆਪਾਂ ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਆਪਾਂ 2-4 ਬੰਦਿਆਂ ਦੀਆਂ ਕਿਤੇ ਐਕਸੀਡੈਂਟ ਹੋ ਜੇ, ਉੱਥੇ ਮ੍ਰਿਤਕ ਸਰੀਰ ਵੇਖ ਲਈਏ, ਖੂਨ ਡੁੱਲਿਆ ਵੇਖ ਲਈਏ, ਤੇ ਆਪਾਂ ਤੋਂ ਵੇਖ ਨਹੀਂ ਹੁੰਦਾ, ਕਿਉਂਕਿ ਬੜਾ ਭਿਆਨਕ ਬਣ ਜਾਂਦਾ ਦ੍ਰਿਸ਼। ਹੁਣ ਇੱਥੇ ਤਾਂ ਪਤਾ ਹੀ ਨਹੀਂ ਕਿੰਨਾ ਕੁ, ਤੇ ਉੱਥੇ ਇੱਕ ਸ਼ਾਇਰ ਨੇ ਕਲਗੀਧਰ ਪਾਤਸ਼ਾਹ ਦੀ ਬੜੀ ਖੂਬਸੂਰਤ ਸ਼ਬਦਾਂ ਦੇ ਨਾਲ ਕਵਿਤਾ ਲਿਖ ਕੇ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸਾਡੇ ਮਨਾਂ 'ਚ ਪਿਆਰ ਪੈਦਾ ਕੀਤਾ ਕਿ ਇਹ ਕਲਗੀ ਵਾਲੇ ਪਾਤਸ਼ਾਹ, ਤੇਰਾ ਕੈਸਾ ਜਿਗਰਾ, ਤੇਰੇ ਜਿਗਰੇ ਨੂੰ ਪ੍ਰਣਾਮ, ਤੂੰ ਆ ਪ੍ਰਮਾਤਮਾ ਦਾ ਭਾਣਾ ਮੰਨ ਕੇ ਸ਼ੁਕਰ ਮਨਾਇਆ। ਉਹਨਾਂ ਨੇ ਲਿਖਿਆ, ਕਹਿੰਦੇ ਜਦੋਂ ਸਿੰਘਾਂ ਨੇ ਬੇਨਤੀ ਕੀਤੀ ਨਾ, ਹੁਕਮ ਕੀਤਾ ਫਿਰ 5 ਪਿਆਰਿਆਂ ਦੇ ਰੂਪ 'ਚ ਕਿ ਪਾਤਸ਼ਾਹ ਤੁਸੀਂ ਗੜੀ ਛੱਡ ਕੇ ਅੱਗੇ ਜਾਓ। ਤੇ ਉੱਥੇ ਉਹਨਾਂ ਨੇ ਲਿਖਿਆ, ਕਹਿੰਦੇ ਛੱਡ ਜਾਵੋ ਚਮਕੌਰ ਨੂੰ, ਜਦੋਂ ਖਾਲਸੇ ਨੇ ਬੇਨਤੀ ਗੁਜ਼ਾਰੀ, ਮੰਨ ਕੇ ਹੁਕਮ ਪੰਥ ਦਾ ਤੁਸੀਂ ਸੀਸ ਉੱਤੋਂ ਕਲਗੀ ਉਤਾਰੀ। ਕਿ ਪੰਥ ਦਾ ਹੁਕਮ ਮੰਨ ਕੇ ਪਾਤਸ਼ਾਹ ਨੇ ਆਪਣੇ ਸੀਸ ਉੱਤੋਂ ਕਲਗੀ ਉਤਾਰ ਕੇ ਭਾਈ ਸੰਤ ਸਿੰਘ ਦੇ ਸੀਸ ਤੇ ਉਹਨੂੰ ਸਜਾਉਣਾ ਕਰਿਆ। ਵਾਅਦਾ ਕੀਤਾ ਖਾਲਸੇ ਨਾਲ, ਕੇਸਗੜ੍ਹੀ ਵਾਲਾ ਪਰਨ ਪਗਾਇਆ। ਕਿ ਜਦੋਂ ਕੇਸਗੜ੍ਹੀ ਦੇ ਮੈਦਾਨ 'ਚ ਪਾਤਸ਼ਾਹ ਨੇ ਇਹ ਬਚਨ ਕੀਤਾ ਸੀ ਕਿ ਅੱਜ ਤੋਂ 5 ਪਿਆਰੇ ਮੇਰੇ ਗੁਰੂ ਨੇ, ਉਹਨਾਂ ਦਾ ਹੁਕਮ ਮੰਨ ਕੇ ਵਾਅਦਾ ਕੀਤਾ ਖਾਲਸੇ ਨਾਲ, ਕੇਸਗੜ੍ਹੀ ਵਾਲਾ ਪਰਨ ਪਗਾਇਆ, ਦਾਤਾ ਤੇਰਾ ਧਨ ਜਿਗਰਾ, ਭਾਣਾ ਮੰਨਿਆ ਤੇ ਸ਼ੁਕਰ ਮਨਾਇਆ। ਅੱਗੇ ਉਹਨਾਂ ਨੇ ਲਿਖਿਆ, ਕਹਿੰਦੇ ਕਾਲੀ ਬੋਲੀ ਰਾਤ ਸ਼ੂਕਦੀ, ਹੱਥ ਮਾਰਿਆ ਨਜ਼ਰ ਨਾ ਆਵੇ। ਮੌਸਮ ਦੀ ਇੰਨੀ ਖਰਾਬੀ
ਇੰਨੀ ਠੰਡ ਤੇ ਉੱਤੋਂ ਵਰਖਾ ਤੇ ਤੇਜ਼ ਹਵਾਵਾਂ, ਅਸਮਾਨ ਦੇ ਅੰਦਰ ਬਿਜਲੀ ਚਮਕ ਰਹੀ ਹੈ। ਕਾਲੀ ਬੋਲੀ ਰਾਤ ਸ਼ੂਕਦੀ, ਹੱਥ ਮਾਰਿਆ ਨਜ਼ਰ ਨਾ ਆਵੇ। ਕਾਲੀ ਘਟਾ ਬੱਦਲਾਂ ਦੀ, ਵਿੱਚੋਂ ਦਾਮਣੀ ਦੀ ਚਮਕ ਡਰਾਵੇ। ਦਾਮਣੀ ਕਹਿੰਦੇ ਨੇ ਅਸਮਾਨੀ ਬਿਜਲੀ ਨੂੰ। ਤੇ ਕਾਲੀ ਬੋਲੀ ਰਾਤ ਸ਼ੂਕਦੀ, ਝਾੜ ਸੂਕ ਦੇ ਤੂਫਾਨ ਐਸਾ ਆਇਆ। ਦਾਤਾ ਤੇਰਾ ਧਨ ਜਿਗਰਾ, ਭਾਣਾ ਮੰਨਿਆ ਤੇ ਸ਼ੁਕਰ ਮਨਾਇਆ। ਅੱਗੇ ਤੋਂ ਉਹਨਾਂ ਨੇ ਲਿਖਿਆ, ਕਹਿੰਦੇ ਪਾਤਸ਼ਾਹ ਰਣ ਭੂਮੀ ਦੇ ਅੰਦਰ ਜਾ ਕੇ ਪ੍ਰਵੇਸ਼ ਕਰ ਗਏ। ਉੱਥੇ ਕੀ ਵੇਖਦੇ ਆ ਕਿ ਲੱਖਾਂ ਲਾਸ਼ਾਂ ਧਰਤ ਦੇ ਉੱਪਰ ਵਿਛੀਆਂ ਪਈਆਂ ਮੈਦਾਨੇ ਜੰਗ ਦੇ ਅੰਦਰ। ਲਿਖਿਆ ਉਹਨਾਂ ਨੇ, ਕਹਿੰਦੇ ਜਾ ਕੇ ਬੜੇ ਰਣ ਭੂਮਿਕਾ, ਜਿੱਥੇ ਖਾਲਸੇ ਨੇ ਤੇਗਾਂ ਸਨ ਬਾਹੀਆਂ। ਧਰਤ ਰੰਗੀ ਨਾਲ ਖੂਨ ਦੇ, ਲੱਖਾਂ ਲਾਸ਼ਾਂ ਪਈਆਂ ਧਰਤ ਵਿਛਾਈਆਂ। ਜੋੜਾ ਪਿਆ ਪੁੱਤਰਾਂ ਦਾ, ਦਇਆ ਸਿੰਘ ਦੀ ਨਜ਼ਰ ਵਿੱਚ ਆਇਆ। ਦਾਤਾ ਤੇਰਾ ਧਨ ਜਿਗਰਾ, ਭਾਣਾ ਮੰਨਿਆ ਤੇ ਸ਼ੁਕਰ ਮਨਾਇਆ। ਰਾਤਰੀ ਦੇ ਹਨੇਰੇ 'ਚ, ਕਿਉਂਕਿ ਜਦੋਂ ਕੋਈ ਲਿਖਦਾ ਨਾ ਲਿਖਾਰੀ, ਉਹ ਬਹੁਤ ਗਹਿਰਾਈ ਦੇ ਅੰਦਰ ਲੈ ਜਾਂਦਾ ਉੱਥੋਂ ਦੇ ਦ੍ਰਿਸ਼ ਨੂੰ। ਰਾਤਰੀ ਦਾ ਕਹਿੰਦੇ ਹਨੇਰਾ ਦਿਖਾਈ ਕੁਝ ਨਹੀਂ ਦਿੰਦਾ। ਜਦੋਂ ਅਸਮਾਨ ਦੇ ਅੰਦਰ ਬਿਜਲੀ ਚਮਕੀ, ਭਾਈ ਦਇਆ ਸਿੰਘ ਦਾ ਨਜ਼ਰ ਪਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਦੇ ਸਰੀਰਾਂ ਤੇ। ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੇਨਤੀ ਆ, ਰੁਕ ਗਿਆ ਦਇਆ ਸਿੰਘ। ਮਹਾਰਾਜ ਕਹਿੰਦੇ ਦਇਆ ਸਿੰਘ ਜੀ ਰੁਕ ਗਏ। ਕਹਿੰਦਾ ਜੀ ਅੱਗੇ ਲੰਘਿਆ ਨਹੀਂ ਜਾ ਰਿਹਾ। ਕਾਰਨ ਕਹਿੰਦੇ ਤੁਹਾਡੇ ਸਾਹਿਬਜ਼ਾਦੇ, ਜਿਨ੍ਹਾਂ ਦਾ ਅਸੀਂ ਬਚਪਨ ਤੋਂ ਲੈ ਕੇ ਸਾਡੇ ਹੱਥਾਂ 'ਚ ਖੇਡੇ ਨੇ, ਪਲੇ ਨੇ, ਸਾਡੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦੇ ਜਾਮ ਪੀਤੇ ਨੇ। ਤੂੰ ਤਾਂ ਗੁਰੂ ਆ, ਤੇਰਾ ਤਾਂ ਵੱਡਾ ਜਿਗਰਾ, ਪਰ ਸਾਤੋਂ ਇੱਥੋਂ ਲੰਘਿਆ ਨਹੀਂ ਜਾ ਰਿਹਾ। ਜੇ ਪਾਤਸ਼ਾਹ ਤੁਹਾਡਾ ਹੁਕਮ ਹੋਵੇ ਤਾਂ ਇਹਨਾਂ ਸਰੀਰਾਂ ਦੀ ਸੰਭਾਲ ਕਰੀਏ, ਜਾਂ ਇਹਨਾਂ ਤੇ ਕੋਈ 2 ਗਜ ਦਾ ਕੱਪੜਾ ਪਾਈਏ। ਪਾਤਸ਼ਾਹ ਨੇ ਉੱਥੇ ਭਾਈ ਦਇਆ ਸਿੰਘ ਨੂੰ ਬਚਨ ਕੀਤੇ, ਦਇਆ ਸਿੰਘ ਜੀ ਤੁਹਾਡੇ ਸਰੀਰ ਦੇ ਉੱਪਰ ਇੰਨਾ ਕੱਪੜਾ ਹੈ ਕਿ ਜਿੰਨੇ ਆਪਣੇ ਇੱਥੇ ਸਿੰਘ ਸ਼ਹੀਦ ਹੋਏ ਆ, ਸਾਰਿਆਂ ਦੇ ਸਰੀਰਾਂ ਦੇ ਉੱਪਰ ਦਿੱਤਾ ਜਾ ਸਕੇ। ਜਾਂ ਤੁਹਾਡੇ ਕੋਲੇ ਇੰਨਾ ਸਮਾਂ ਹੈ ਕਿ ਸਾਰੇ ਸਿੰਘਾਂ ਦੇ ਸੀਸ, ਆਪਣੇ ਮ੍ਰਿਤਕ ਸਰੀਰ ਭਾਲ ਭਾਲ ਕੇ ਉਹਨਾਂ ਦੀ ਸੰਭਾਲ ਕੀਤੀ ਜਾਵੇ। ਦਇਆ ਸਿੰਘ ਨੇ ਹੱਥ ਬੰਨੇ, ਕਹਿੰਦੇ ਪਾਤਸ਼ਾਹ ਇੰਨਾ ਸਮਾਂ ਵੀ ਨਹੀਂ ਤੇ ਇੰਨਾ ਕੱਪੜਾ ਵੀ ਨਹੀਂ। ਹਾਂ ਮੇਰੇ ਕੋਲੇ ਇੰਨਾ ਕੁ ਕੱਪੜਾ ਹੈ ਕਮਰ ਕਸੇ ਦੇ ਨਾਲ, ਮੈਂ ਇਹਨਾਂ ਦੇ ਸਰੀਰ ਢੱਕ ਸਕਦਾ। ਪਾਤਸ਼ਾਹ ਕਹਿੰਦੇ ਇਹ ਬੇਇਨਸਾਫੀ ਮੈਂ ਨਹੀਂ ਕਰ ਸਕਦਾ। ਜਿੱਥੇ ਮੇਰੇ ਹੋਰ ਜਾਨਾਂ ਤੋਂ ਪਿਆਰੇ ਸਿੰਘਾਂ ਦੇ ਸਰੀਰ ਪਏ ਆ, ਤੇ ਮੈਂ ਬੱਚਿਆਂ ਨੂੰ, ਆਪਣਿਆਂ ਨੂੰ ਉਹਨਾਂ ਤੋਂ ਵੱਧ ਸਤਿਕਾਰ ਨਹੀਂ ਦੇ ਸਕਦਾ। ਉੱਥੇ ਉਹਨੇ ਲਿਖਿਆ, ਕਹਿੰਦੇ ਕੋਲੇ ਜਾ ਖੜੋਗੇ ਪਾਤਸ਼ਾਹ, ਜਿੱਥੇ ਪਈ ਪੁੱਤਰਾਂ ਦੀ ਜੋੜੀ। ਕਹਿੰਦੇ ਉਸ ਕਰਤਾਰ ਨੂੰ, ਤੈਨੂੰ ਤੇਰੀ ਹੈ ਅਮਾਨਤ ਮੋੜੀ। ਪੁੱਤਰਾਂ ਦੀ ਲਾਸ਼ ਦੇ ਉੱਤੇ ਹੱਥੀ ਪਿਤਾ ਨੇ ਕਫਨ ਵੀ ਨਾ ਪਾਇਆ। ਐਸਾ ਭਿਆਨਕ ਸਮਾਂ ਬਣਿਆ। ਕਹਿੰਦੇ ਅੱਜ ਸੰਸਾਰ 'ਚ ਆਪਾਂ ਵੇਖੋ, ਕੋਈ ਹੈ ਦੁਨੀਆ ਦਾ ਬੰਦਾ ਜਿਹਦੇ ਤੇ ਕਿਸੇ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਕਫਨ ਨਾ ਪਾਇਆ ਜਾਂਦਾ ਹੋਵੇ। ਜਿਹਦਾ ਕੋਈ ਨਹੀਂ ਵੀ ਹੈ, ਉਹਦਾ ਵੀ ਕਫਨ ਪਾ ਦਿੱਤਾ ਜਾਂਦਾ। ਪਰ ਦਾਤਾ ਤੇਰਾ ਧਨ ਜਿਗਰਾ, ਭਾਣਾ ਮੰਨਿਆ ਤੇ ਸ਼ੁਕਰ ਮਨਾਇਆ। ਆਪਣੇ ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਕਫਨ ਵੀ ਨਹੀਂ ਪਾਇਆ ਗਿਆ ਪਾਤਸ਼ਾਹ ਤੋਂ। ਤੇ ਉੱਥੋਂ ਅੱਗੇ ਚੱਲੇ, ਇੱਕ ਜੋਗੀ ਅੱਲਾ ਯਾਰਖਾਂ ਹੋਇਆ, ਜਿਹਨੇ ਬਹੁਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਲਿਖੀ, ਜਿਹਦਾ ਉਹਨੂੰ ਬਹੁਤ ਹਰਜ਼ਾਨਾ ਵੀ ਦੇਣਾ ਪਿਆ। ਕਿਉਂਕਿ ਜਦੋਂ ਉਹਨੇ ਪਾਤਸ਼ਾਹ ਦੀ ਸਿਫਤ ਲਿਖੀ ਤਾਂ ਜਿਹੜੇ ਕੱਟੜ ਲੋਕ ਸਨ, ਧਰਮ ਦੇ ਦਾਇਰੇ ਦੇ ਅੰਦਰ ਰਹਿੰਦੇ ਹੋਏ, ਉਹਨਾਂ ਨੇ ਇਹਨੂੰ ਕਾਫਰ ਆਖਿਆ। ਕਾਫਰ, ਇੱਥੋਂ ਤੱਕ ਵੀ ਇਹਨੂੰ ਹੁਕਮ ਕੀਤਾ ਗਿਆ
कि तू मस्जिद के अंदर जाके नवाज नहीं अदा कर सकता, तू बहुत माड़ा काम कीता। सारे ਜਿਹੜਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਫੜਨ ਦੇ ਲਈ ਸਾਰੀ ਔਰੰਗਜ਼ੇਬ ਬਾਦਸ਼ਾਹ ਦੀ ਤਾਕਤ ਲੱਗੀ, ਸੂਬੇ ਸਰਹੰਦ ਦੀ ਲੱਗੀ ਤੇ ਬਹੁਤ ਇਹਨਾਂ ਦਾ ਵਿਰੋਧ ਆ। ਤੂੰ ਉਹਨਾਂ ਦੇ ਹੱਕ 'ਚ ਲਿਖਿਆ, ਜਿਨ੍ਹਾਂ ਦੀ ਆਪਾਂ ਆਮ ਇੱਕ ਪੜ੍ਹਦੇ ਹਾਂ ਲਿਖਤ, ਜਦੋਂ ਵੀ ਆਪਾਂ ਚਮਕੌਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ, ਉਹਨਾਂ ਨੇ ਇੱਥੋਂ ਤੱਕ ਲਿਖਤਾ ਕਿ ਹਿੰਦ में एक ही तीर्थ है यात्रा के लिए, कि ਇਹ ਦੁਨੀਆ ਦੇ ਲੋਕੋ ਹਿੰਦੁਸਤਾਨ ਦੇ ਅੰਦਰ ਜੇ ਤੁਸੀਂ ਕਿਤੇ ਯਾਤਰਾ ਕਰਨ ਜਾਣਾ ਤਾਂ ਇੱਕ ਮਹਾਨ ਤੀਰਥ ਹੈ। ਹਿੰਦ में एक ही तीर्थ है यात्रा के लिए, जिथे बाप ने बेटे कटवाए खुदा के लिए। ਤੇ ਉਹਨੇ ਇੱਥੇ ਚਮਕੌਰ ਸਾਹਿਬ ਦਾ ਵੀ ਜ਼ਿਕਰ ਕੀਤਾ, बड़े अच्छे शब्द उन्हें वरते गुरु गोबिंद सिंह महाराज के सत्कार। कहते जदों जंग युद्ध हो रहा सी ते बेनती करती, पंज प्यारिਆਂ ਦੇ रूप च हुक्म किया कि किला छड्ड के जाओ। उदों पातशाह उस अकाल पुरख दे अगे एक उन्होंने अरदास की। जदों अंदरों तुरन लगे उन्हें फिर बड़ा सुंदर लिखिया, कहता जब 1.5 घड़ी रात गई जिक्र खुदा में। कहते 1.5 घड़ी पातशाह उस मालिक दा जिक्र करते रहे। ਸਿੰਘਾਂ ਨੂੰ अकाल पुरख वाहिगुरु की बात सुना के जिक्र कहते ने गल्लां करनियां हौसला दिंदे रहे। जब 1.5 घड़ी रात गई जिक्र खुदा में, फिर खेमे से निकले, खेमे से निकल बाहर आए सरकार हवा में। कहते उन्होंने हौसला दे के उन्होंने अकाल पुरख वाहिगुरु दा कहानी सुना के ते ਇਹ महाराज ने कहा सी ना कि जिन्ना चिर तुहाडे प्राण चलदे आ उन्ना चिर जंग युद्ध करियो, उदों बाद अकाल पुरख की गोद तुहाडे लई तैयार आ, तुहानू सत्कार देऊगा पातशाह। जब 1.5 घड़ी रात गई जिक्र खुदा में, ता खेमे से बाहर आए सरकार हवा में। कहते फिर गड़ी छड्ड के बाहर बड़ी तेज हवा चलती सी ते पातशाह गुरु गोबिंद सिंह महाराज ते बाहर मैदाने जंग दे अंदर आए। कदमों से टहलते थे, कहते कदमां दे नाल तुरे आउंदे सी। दिल में दुआ थी, दिल था दुआ में, पैरां दे नाल चले आउंदे ते दिल दे अंदर पातशाह अरदास बेनती शुक्र करदे आ रहे हैं। की कहंदे बोले ए खुदावंद, कहंदे उस मालिक नूं खुदा नूं एक पातशाह सुनेहा दे रहे आ। बोले ए खुदावंद खुश हूं तेरी रजा में, कि मैं तेरी रजा दे अंदर खुश हाँ। जो तू मैनू ये जीवन मेरा चल रहा, क्योंकि गुरु नानक दे घर दा सिद्धांत ही आपां नूं सिखाउंदा कि सचियारा सिख ही वो आ। आपां रोज पढ़दे हां ना, किब सचियारा होई है किब कूड़ा टुटा पाल, कि ए मालिक असी किवें सचियारे होईए, सियाणे बणीए, किवें तेरे ते साडे दरम्यान जिहड़ी कूड़ दी पाल है वो टुटे। एक सवाल आ पंक्ति दे अंदर, किब सचियारा होई है किब कूड़ा टुटा पाल। दूसरी पंक्ति दे अंदर जवाब दिता महाराज ने, कहंदे हुक्म रजाई चलना नानक लिखिया नाल, कि जदों सानू मालिक दे हुक्म दी रजा दे अंदर चलना आ जांदा ਤਾਂ ਉਦੋਂ सचियारे सिख बन जाने ਆਪਾਂ। ਇੱਥੇ पातशाह गुरु गोबिंद सिंह महाराज जी यही बेनती कर रहे हैं। उन्हें लिखिया, कहंदे कदमों से टहलते थे दिल था दुआ में, बोले ए खुदाबंद खुश हूँ तेरी रजा में। करतार से कहते थे गोवा रूबरू होकर, कहंदे ओ करतार नूं अकाल पुरख नूं रूबरू होकर
एक गल कह रहे सी, करतार थे कहते थे गोवा रूबरू होकर, कल चमकौर से जाऊंगा सुरखरू होकर। कि कल नूं मैं चमकौर दे विचों सुरखरू हो के जाऊंगा। भाव उत्थे पातशाह ने कहा, कोले जा खड़ोगे पातशाह, जिथे कई पुत्रां दी जोड़ी। फिर की वचन कीते, कहंदे उस करतार नूं तैनूं तेरी है अमानत मोड़ी। है पातशाह, ਜਿਹੜੀ तू अमानत दे रूप दे अंदर मैनू आ पुत्र बख्शे सी, ये तेरे मैं वापस कर दिते। पुत्रां दी लाश दे उपर हथी पिता ने कफन जी ना पाया। दाता तेरा धन जिगरा, भाना मन्निया ते शुकर मनाया। इस तरह कलगीधर पातशाह 8 पोह दी रात नूं, जिहड़ी रात लंघ के गई है, उत्थे महान चमकौर दी गढ़ी दे अंदर जंग युद्ध तो बाद ते उथों ताड़ी मार के अगे माछीवाड़े दे जंगलों वाल नूं पातशाह तुरे। ते अगे भी काफी महाराज नूं दिक्कतां आईयां ते ਸਿੰਘਾਂ नूं महाराज ने ये वचन कीता सी। बड़ियां गहराइयां ने इतिहास दे अंदर। इतिहास आपां पढ़दे हां कि तारे दा कहा भी आसरा लेके आपां मिलना। हुण एक पासे इतिहासकार ये लिखते आ कि जदों चमकौर चों बाहर आए, जंग युद्ध हो रहा सी, असमान च बिजली लिशकदी सी, बदल मींह पै रहा सी, तेज तूफान चलदे सी, उत्थे तारा तां फिर दिखाई नहीं ना दिंदा। जदों असमान दे अंदर मींह पैंदा, बिजली लिशकदी आ, तारा कित्थे दिखाई दिंदा। ये फिर गहराई दे अंदर जाके आपां नूं भेद आउंदा कि गुरु पातशाह दे नाल रहण वाले सिंह भाई दया सिंह, धर्म सिंह, ये तां पंजां प्यारिआं चों सी, ते मान सिंह, उन्हां ते एडी क मालिक दी किरपा सी। ਉਹ ਆਪਦੀ रूहानीयत दी शक्ति दे नाल एक दूसरे दे नाल गल भी कर लेंदे सी, क्योंकि ये बड़ियां रूहानीयत दीयां पावरां ने। जदों इंसान भगती कर लैंदा, इन्नी क कला उन्हां च आ जांदी है, ਉਹ इन्हां नेत्रां नूं बंद करके ब्रह्मंड दा सारा कुछ वेख सकदे आ। हुण ਜਿਹੜੇ कलगीधर पातशाह दे नाल रहण वाले प्यारे सी, सिंह सी, ਉਹ किते माड़ी मोटी हस्ती नहीं सी। पातशाह ने उत्थों निकल के अगे एक खूह दे उपर इकट्ठे होए ते उत्थे फिर दूसरे दिन ये सारे तिन्ने सिंह ते कलगीधर पातशाह इकट्ठे हो के माछीवाड़े दे जंगलों च आके मिले ते उत्थे उस अकाल पुरख वाहिगुरू नूं एक सुनेहा भेजिया, लांबा नहीं कोई दिता। देखो कलगीधर पातशाह दा जिगरा, अकाल पुरख वाहिगुरू नूं बेनती कीती है, पातशाह तू मैनू अपना पुत्र बना के भेजिया सी संसार च, मैं अपना सुत तोहे नवाजा। अज आ वेख तेरे ही पुत्रां ने जिहड़े अज्ञानता दे वस, दुश्मनां नूं भी माड़ा वचन नहीं बोलिया गया, तेरे ही पुत्रां ने अज देख तेरे पुत्र दी की हालत करती। मैनू कोई अफसोस नहीं है ये हालत दा, मैं तेरा धन्नवाद करना चाहुंदा। मित्र प्यारे नूं हाल मरीदां दा कहना, तुझ बिन रोग रजाइयां दे ओडण, नाग नवासां दे रहना, सूल सुराही खंजर प्याला, बिंग कसाइयां दा सहना, जारड़े दा सानू सत्थर चंगा, पठ खेड़ियां दा रहना। ये जिहड़ा इत्थे बिंग शब्द वरतिया ना, सूल सराही खंजर प्याला, बिंग कसाइयां दा सहना, ये आम आपां यही समझ लैंदे आ कि बिंग कहंदे ने दाह नूं, जिहदे नाल कसाई बकरे नूं हलाल करदा। पर थोड़ा जिहा होर जिहड़े सज्जणां ने खोज कीती, ਉਹ ਦੱਸਦੇ ਆ ਵੀ ਕਸਾਈ ਬੱਕਰੇ ਨੂੰ ਬਿੰਗ ਲਾਉਂਦੇ ਆ। ਬਿੰਗ ਲੱਗਦਾ ਕਿਵੇਂ ਆ? ਕਹਿੰਦੇ ਇੱਕ ਉਹਨਾਂ ਕੋਲੇ ਲੱਕੜੀ ਹੁੰਦੀ ਆ, ਜਿਵੇਂ ਗਲੇਲ ਬਣੀ ਹੁੰਦੀ ਆ ਆਪਣੀ, ਥੱਲਿਓਂ ਇੱਕ ਤੇ ਉੱਪਰੋਂ ਦੋ ਹਿੱਸੇ, ਉਹਨੂੰ ਧਰਤੀ 'ਚ ਗੱਡ ਕੇ ਜਿਹੜੇ ਬੱਕਰੇ ਨੂੰ ਬਿੰਗ ਲਾਉਣਾ, ਉਹਦੀਆਂ ਮੂਹਰਿਓਂ ਲੱਤਾਂ ਬੰਨ੍ਹ ਦਿੰਦੇ ਆ ਧਰਤੀ ਨਾਲੋਂ ਉੱਪਰ ਚੁੱਕ ਕੇ ਥੋੜੀਆਂ ਜਿਹੀਆਂ, ਤੇ ਪਿਛਲੀਆਂ ਲੱਤਾਂ ਖਿੱਚ ਕੇ
ਪਿੱਛੇ ਨੂੰ ਥੋੜੀਆਂ ਜੀਆਂ ਉੱਪਰ ਚੱਕ ਕੇ ਬੰਨ ਦਿੰਦੇ ਆ ਤੇ ਆ ਜਿਹੜੀ ਆਪਣੀ ਘੰਡੀ ਆ ਇਹਨੂੰ ਉਸ ਲੱਕੜ ਦੇ ਉੱਪਰ ਲਾ ਦਿੰਦੇ ਆ ਬੱਕਰੇ ਦੀ ਨੂੰ, ਜਿਹਦੇ ਨਾਲ ਹੁੰਦਾ ਕੀ ਆ, ਉਹਨੂੰ ਸਾਹ ਨਾ ਪੂਰਾ ਆਉਂਦਾ ਤੇ ਨਾ ਸਾਹ ਉਹਦਾ ਰੁਕਦਾ। ਉਹ ਰਾਤ ਨੂੰ ਵਿੰਗ ਲਾ ਕੇ ਕਸਾਈ ਚਲੇ ਜਾਂਦੇ ਆ ਤੇ ਉਹ ਵਿਚਾਰਾ ਸਾਰੀ ਰਾਤ ਤੜਫਦਾ। ਉਹਨਾਂ ਦਾ ਕੋਈ ਹਿਸਾਬ ਕਿਤਾਬ ਵੀ ਮਹਿੰਗਾ ਵੇਚਦੇ ਆ, ਇਸ ਤਰ੍ਹਾਂ ਤੜਫਾ ਕੇ ਜਿਹਨੂੰ ਮਾਰਿਆ ਜਾਂਦਾ ਵੀ ਚਰਬੀ ਦੇ ਅੰਦਰ ਖੂਨ ਵਗੈਰਾ ਰਹਿ ਜਾਂਦਾ, ਉਹਨਾਂ ਦਾ ਕੋਈ ਆਪਦਾ ਹਿਸਾਬ ਕਿਤਾਬ। ਉਹ ਫਿਰ ਸਾਰੀ ਰਾਤ ਵਿਚਾਰਾ ਤੜਫਦਾ ਤੇ ਤੜਕੇ ਆ ਕੇ ਜਦੋਂ ਕੋਈ ਸਵਾਸ ਰਹਿ ਜਾਂਦਾ ਤੇ ਫੇਰ ਕਸਾਈ ਉਹਨੂੰ ਖਤਮ ਕਰਦੇ ਆ। ਹੁਣ ਕਲਗੀਧਰ ਪਾਤਸ਼ਾਹ ਇੱਥੇ ਸਮਝਾ ਰਹੇ ਆ, ਇਹ ਪਾਤਸ਼ਾਹ ਮੈਨੂੰ ਆ ਕੋਈ ਬਹੁਤਾ ਨਹੀਂ ਹੈ ਜਿਹੜਾ ਮੇਰੇ ਜੀਵਨ 'ਚ ਆ ਰਿਹਾ, ਮੈਨੂੰ ਤੇਰੇ ਤੋਂ ਬਗੈਰ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਉੱਡਣ, ਨਾਗ ਨਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਜੰਗ ਕਸਾਈਆਂ ਦਾ ਸਹਿਣਾ, ਇਹ ਤਾਂ ਕੁਝ ਵੀ ਦੁੱਖ ਨਹੀਂ ਹੈ। ਮੈਂ ਤੇਰੀ ਖਾਤਰ ਤਾਂ ਜਿਵੇਂ ਉਹ ਬੱਕਰੇ ਨੂੰ ਕਸਾਈ ਵਿੰਗ ਲਾ ਕੇ ਤੰਗ ਕਰਦਾ, ਏਡਾ ਵੀ ਦੁੱਖ ਝੱਲਣ ਨੂੰ ਤਿਆਰ ਹਾਂ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਮਾਛੀਵਾੜੇ ਦੇ ਜੰਗਲਾਂ 'ਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਪਿਆਰ ਭਰੇ ਸ਼ਬਦਾਂ ਦੁਆਰਾ ਸੁਨੇਹਾ ਦਿੱਤਾ। ਤੇ ਇਦੋਂ ਕੱਲ ਨੂੰ ਆਪਾਂ ਅੱਗੇ ਕੱਲ ਨੂੰ ਕਰ ਲਾਂਗੇ ਸ਼ੁਰੂ ਕਿ ਉਧਰ ਫਿਰ ਕਿਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਤੇ ਉਹ ਕਿਵੇਂ ਜਾ ਕੇ ਉਧਰ ਉਹਨਾਂ ਦੇ ਨਾਲ ਉਹਨਾਂ ਦਾ ਭਾਣਾ ਸਮੇਂ ਨੇ ਵਰਤਾਇਆ। ਆਓ ਹੁਣ ਆਪਾਂ ਉਹਨਾਂ ਸਾਰੇ ਮਹਾਨ ਸ਼ਹੀਦਾਂ ਦੀ ਯਾਦ 'ਚ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਤੇ ਇਹਨਾਂ ਦਾ ਫਿਰ ਸੰਸਕਾਰ ਕੀਤਾ ਸੀ ਬੀਬੀ ਸ਼ਰਨ ਕੌਰ ਨੇ ਜਦੋਂ ਜੰਗ ਤੋਂ ਬਾਅਦ ਰਾਤ ਨੂੰ, ਕਿਉਂਕਿ ਉਹਨਾਂ ਨੇ ਆਪਣੀਆਂ ਫੌਜਾਂ ਦੀਆਂ ਲਾਸ਼ਾਂ ਚੁੱਕ ਲਈਆਂ। ਤੇ ਹੁਣ ਕਿਤੇ ਆਪਾਂ ਥੋੜਾ ਜਿਹਾ ਗਹਿਰਾਈ 'ਚ ਵੇਖੋ ਕਿ ਬੀਬੀ ਸ਼ਰਨ ਕੌਰ ਨੇ ਪਛਾਣ ਕਿਵੇਂ ਕੀਤੀ ਹੋਊਗੀ, ਕਿਉਂਕਿ ਸਰੀਰ ਤਾਂ ਵੱਡੇ ਟੁੱਕੇ ਪਏ ਆ। ਉਹਨੇ ਵਿਚਾਰੀ ਨੇ ਕਿਸੇ ਦੀ ਬਾਂਹ 'ਚ ਕੜਾ ਪਿਆ ਦੇਖ ਲਿਆ, ਉਹ ਚੁੱਕ ਲਈ, ਕਿਸੇ ਦੇ ਲੱਤਾਂ 'ਚ ਕਸ਼ਹਿਰਾ ਹੈ ਉਹ ਚੁੱਕ ਲਿਆ, ਕਿਸੇ ਦੇ ਸੀਸ ਤੇ ਕੋਈ ਆਪਣਾ ਚਿੰਨ ਹੈ ਸਿੱਖੀ ਦਾ ਉਹ ਚੁੱਕ ਲਿਆ, ਕਿਉਂਕਿ ਹਾਲਤ ਤਾਂ ਬਹੁਤ ਮਾੜੀ। ਇੱਕ ਪਾਸੇ ਲੱਖਾਂ ਦੀ ਗਿਣਤੀ 'ਚ, ਇੱਕ ਪਾਸੇ 35-40, ਉਹ ਆਪਾਂ ਜਾਣਦੇ ਹਾਂ ਕੈਸਾ ਹਸ਼ਰ ਕੀਤਾ ਹੋਵੇਗਾ ਉਹਨਾਂ ਨੇ ਉਹਨਾਂ ਸਿੰਘਾਂ ਦੇ ਸਰੀਰਾਂ ਦਾ। ਪਰ ਉਹਨੇ ਵਿਚਾਰੀ ਨੇ ਇਕੱਠੇ ਕਰਕੇ ਨਾ ਆਪਣੀ ਮੌਤ ਦੀ ਪਰਵਾਹ ਕਰਦੇ ਹੋਏ ਤੇ ਚਿਖਾ ਬਣਾ ਕੇ ਸਾਰੇ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ। ਜਦੋਂ ਫੌਜਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਫਿਰ ਇੰਨੇ ਨੇਜੇ ਮਾਰੇ ਬੀਬੀ ਸ਼ਰਨ ਕੌਰ ਦੇ ਸਰੀਰ 'ਚ ਤੇ ਉਹਨੂੰ ਵੀ ਚੁੱਕ ਕੇ ਉਸੇ ਅੰਗੀਠੇ ਦੇ ਅੰਦਰ ਹੀ, ਤੇ ਉਹਦਾ ਵੀ ਅੱਧਮ ਹੋਈ ਸੀ ਜਾਂ ਮਰ ਗਈ ਵਿਚਾਰੀ ਵਾਹਿਗੁਰੂ ਜਾਣੇ, ਨਾਲ ਹੀ ਉਹ ਅੰਗੀਠੇ ਦੇ ਅੰਦਰ ਸੁੱਟਿਆ। ਕਹਿਣ ਤੋਂ ਭਾਵ ਇਹਨਾਂ ਸਾਰੇ ਗੁਰਮੁਖਾਂ ਦੀ ਕੁਰਬਾਨੀ ਕਿਤੇ ਆਪਾਂ ਦੇਖੋ ਆਪਦੇ ਜੀਵਨ ਅੰਦਰ ਢਾਲ ਕੇ ਮਾੜਾ ਜਿਹਾ ਦੁੱਖ ਸਾਨੂੰ ਆ ਜੇ ਸਾਰਾ ਟੱਬਰ ਰੋਈ ਜਾਂਦੇ ਆ। ਅਸੀਂ 4 ਦਿਨ ਕੋਈ ਗੁਰੂ ਘਰੇ ਸੇਵਾ ਕਰ ਲਈ, ਵੱਡੇ ਸੇਵਾਦਾਰ ਕਹਾਉਣ ਲੱਗ ਜਾਂਦੇ ਆ, ਬੜਾ ਹੰਕਾਰ ਵੀ ਪੈਦਾ ਹੋ ਜਾਂਦਾ। ਕੈਸੀਆਂ ਸੇਵਾਵਾਂ ਪਾਤਸ਼ਾਹ ਦੀ ਉਹਨਾਂ ਪਿਆਰਿਆਂ ਨੇ ਕੀਤੀਆਂ ਤੇ ਆਪਣਾ ਫਿਰ ਫਰਜ਼ ਬਣ ਜਾਂਦਾ ਇਹਨਾਂ ਦਿਨਾਂ ਦੇ ਅੰਦਰ ਅਸੀਂ ਉਹਨਾਂ ਸਾਰਿਆਂ ਦੀ ਯਾਦ ਦੇ ਅੰਦਰ ਇਤਿਹਾਸਕ ਵਿਚਾਰਾਂ ਕਰੀਏ, ਸੁਣੀਏ ਤੇ ਫਿਰ ਉਹਨਾਂ ਦੇ ਯਾਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ ਵੱਧ ਤੋਂ ਵੱਧ। ਇਹੀ ਸਾਨੂੰ ਧਰਮ ਸਿਖਾਉਂਦਾ। ਤੇ ਆਓ ਫਿਰ ਹੁਣ ਬਾਕੀ ਦਾ ਜਿਹੜਾ ਸਮਾਂ 10-15 ਮਿੰਟ ਆਪਾਂ ਰਲ ਕੇ ਉਹਨਾਂ ਸਾਰੇ ਮਹਾਨ ਸ਼ਹੀਦਾਂ ਦੀ ਯਾਦ 'ਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ